मैं हाँ सुखविंदर सिंह सिद्धू प्रोग्राम ਦੇ ਵਿੱਚ ਲੈ ਕੇ ਹਾਜ਼ਰ ਹਾਂ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜਾ ਆਪਸੀ ਉਹਨਾਂ ਦਾ ਕਲੇਸ਼ ਚੱਲ ਰਿਹਾ ਹੈ, ਉਹਦੇ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਦਾ ਵੱਡਾ ਬਿਆਨ ਆਇਆ ਹੈ। ਕੀ ਕੁਝ ਕਹਿੰਦੇ ਨੇ ਸੋਨੀਆ ਗਾਂਧੀ, ਉਹ ਵੀ ਤੁਹਾਨੂੰ ਦੱਸਾਂਗੇ। ਤੇ ਨਾਲ ਹੀ ਨਾਲ ਵਜ਼ਾਰਤ ਨੂੰ ਲੈ ਕੇ ਕੀ ਕੁਝ ਗੱਲਬਾਤ ਕੀਤੀ ਜਾ ਰਹੀ ਹੈ, ਕਿਹੋ ਜਿਹੇ ਐਕਸ਼ਨ ਦੇ ਵਿੱਚ ਹੈ, ਕੈਪਟਨ ਸਿੱਧੂ ਦੇ ਵਿਵਾਦ ਨੂੰ ਲੈ ਕੇ ਹਾਈ ਕਮਾਨ ਕੀ ਐਕਸ਼ਨ ਕਰਨ ਜਾ ਰਹੀ ਹੈ, ਉਹ ਤੇ ਵੀ ਗੱਲਬਾਤ ਕਰਾਂਗੇ। ਤਾਂ ਹਰੀਸ਼ ਰਾਵਤ ਜਿਹੜੇ ਆ ਉਹ ਪੰਜਾਬ ਆਉਣਗੇ ਤੇ ਕੈਪਟਨ ਅਤੇ ਜਿਹੜਾ ਸਿੱਧੂ ਦੇ ਨਾਲ ਮੁਲਾਕਾਤ ਕਰਨਗੇ। ਕੀ ਸੁਨੇਹਾ ਦੇ ਕੇ ਭੇਜਿਆ ਗਿਆ ਜਿਹੜਾ ਰਾਵਤ ਨੂੰ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਇਹ ਵੀ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੇ 4 ਸਲਾਹਕਾਰ ਨਿਯੁਕਤ ਕੀਤੇ ਗਏ ਸੀਗੇ, ਉਹਨਾਂ ਦੇ ਵਿੱਚੋਂ ਇੱਕ ਸਲਾਹਕਾਰ ਦੇ ਵੱਲੋਂ ਜਿਹੜਾ ਹੈ ਮਨਾ ਕਰ ਦਿੱਤਾ ਗਿਆ ਸਲਾਹਕਾਰ ਲੱਗਣ ਤੋਂ। ਤੇ ਕਿਹੜੇ ਉਹ ਸਲਾਹਕਾਰ ਨੇ ਜਿਹਨੇ ਮਨਾ ਕੀਤਾ, ਇਸ ਪੂਰੇ ਮਾਮਲੇ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਖਬਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਭੀਮਿੰਦਰ ਦੀ ਜਗ੍ਹਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਨੇ। ਕੁਝ ਟੈਕਨੀਕਲ ਪ੍ਰੋਬਲਮ ਦੇ ਕਾਰਨ ਡਾਕਟਰ ਭੀਮਿੰਦਰ ਜੀ ਸਾਡੇ ਨਾਲ ਜੁੜ ਨਹੀਂ ਸਕੇ ਤੇ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਡਾਕਟਰ ਭੀਮ ਸਿੰਘ ਜਿਹੜੇ ਆ ਉਹ ਜੁੜ ਜਾਣ, ਪਰ ਫਿਲਹਾਲ ਸਾਡੇ ਨਾਲ ਮਨਜੀਤ ਸਿੰਘ ਅਣਖੀ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਣਖੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ਵਿਵਾਦ ਦੇ ਵਿੱਚ ਜਿਹੜਾ ਸੋਨੀਆ ਗਾਂਧੀ ਦੇ ਵੱਲੋਂ ਵੱਡੀ ਗੱਲ ਕਹੀ ਗਈ ਹੈ, ਕੀ ਉਹ ਗੱਲ ਕਹੀ ਗਈ ਹੈ, ਇੱਕ ਵਾਰੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ। ਜੀ ਸੁਖਵਿੰਦਰ ਜੀ, ਇਸ ਤਰੀਕੇ ਨਾਲ ਕਿ ਜਿਸ ਤਰੀਕੇ ਦੇ ਨਾਲ ਇਸ ਸਮੇਂ ਇਹ ਵਾਦ ਵਿਵਾਦ ਜਿਹੜਾ ਚੱਲਦਾ ਪਿਆ ਸੇਖੜੀ ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਕਾਰ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਥੋੜਾ ਜਿਹਾ ਜੀ ਸਿੱਧੂ ਸਾਹਿਬ ਪਲੀਜ਼ ਤੁਸੀਂ ਇੱਕ ਵਾਰੀ ਮੈਨੂੰ ਬੋਲ ਕੇ ਦੱਸਣਾ ਦੁਬਾਰਾ ਜੋ ਪ੍ਰਸ਼ਨ ਪੁੱਛਿਆ ਮੈਨੂੰ। ਡਾਕਟਰ ਸਾਹਿਬ, ਮੈਂ ਇਹ ਪੁੱਛ ਰਿਹਾ ਵੀ ਸੋਨੀਆ ਗਾਂਧੀ ਦੇ ਵੱਲੋਂ ਕੀ ਵੱਡਾ ਬਿਆਨ ਆਇਆ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਕਲੇਸ਼ ਦੇ ਸੰਬੰਧੀ। ਜੀ ਸੁਖਵਿੰਦਰ ਜੀ, ਜੋ ਉਹਨਾਂ ਦੇ ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਜੋ ਚੱਲ ਰਿਹਾ ਵਾਦ ਵਿਵਾਦ, ਔਰ ਉਸ ਸੰਦਰਭ 'ਚ ਸੋਨੀਆ ਗਾਂਧੀ ਦਾ ਜੋ ਕਾਂਗਰਸ ਸੁਪਰੀਮੋ ਜੋ ਉਹਨਾਂ ਦਾ ਬਿਆਨ ਆਇਆ, ਉਹ ਬਿਆਨ ਇਸੇ ਸੰਦਰਭ 'ਚ ਕਿ ਦੋਵੇਂ ਨੇਤਾਵਾਂ ਨੂੰ ਆਪਸ ਦੇ ਵਿੱਚ ਜਿਹੜਾ ਮਿਲ ਕੇ ਉਹ ਚੱਲਣਾ ਚਾਹੀਦਾ ਹੈਗਾ, ਤਾਂ ਜੋ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਅੰਦਰੂਨੀ ਜੰਗ ਜਿਹੜੀ ਆ ਉਹਦੇ ਉੱਤੇ ਜਿਹੜੀ ਆ ਫਤਿਹ ਪਾ ਕੇ ਵਿਰੋਧੀ ਪਾਰਟੀਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਜਿਹੜਾ ਆਪਾਂ ਕਹਿ ਸਕਦੇ ਕੋਈ ਤੰਜ ਕੱਸਣ ਦਾ ਜਾਂ ਵਿਅੰਗ ਕੱਸਣ ਦਾ ਕੋਈ ਵੀ ਮੌਕਾ ਜਿਹੜਾ ਉਹਨਾਂ ਨੂੰ ਨਾ ਮਿਲੇ। ਔਰ ਬਾਹਰ ਸਪਸ਼ਟ ਰੂਪ ਦੇ ਵਿੱਚ ਇਹ ਲੱਗੇ ਕਿ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਔਰ ਇਸ ਦੇ ਨਾਲ ਹੀ ਨਾਲ ਮੈਡਮ ਸੋਨੀਆ ਗਾਂਧੀ ਵੱਲੋਂ ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਦੋਵਾਂ ਨੂੰ ਸਪਸ਼ਟ ਰੂਪ 'ਚ ਤਾੜਨਾ ਕੀਤੀ ਗਈ ਹੈ ਕਿ ਜਦ ਦੋਵਾਂ ਦਾ ਆਪਸੀ ਕਾਟੋ ਕਲੇਸ਼ ਹੈ ਜਾਂ ਆਪਸੀ ਇੱਕ ਸਵੈ ਦੀ ਜਿਹੜੀ ਜੰਗ ਉਹ ਲੜਦੇ ਪਏ ਆ, ਉਹ ਜੰਗ ਜਿਹੜੀ ਆ ਉਹ ਕਿਸੇ ਨਾ ਕਿਸੇ ਮੋੜ ਤੇ ਪਹੁੰਚ ਕੇ ਕਾਂਗਰਸ ਪਾਰਟੀ ਵਾਸਤੇ ਨੁਕਸਾਨਦੇਹ ਸਿੱਧ ਹੋ ਸਕਦੀ ਹੈ। ਔਰ ਉਸ ਨੁਕਸਾਨਦੇਹੀ ਨੂੰ ਬਚਾਉਣ ਵਾਸਤੇ ਦੋਵਾਂ ਨੇਤਾਵਾਂ ਨੂੰ ਇਹ ਵਾਰਨ, ਅਸੀਂ ਕਹਿ ਸਕਦੇ ਕਿ ਵਾਰਨ ਕੀਤਾ ਗਿਆ ਕਿ ਆਪੋ ਆਪਣੇ ਜ਼ਿੰਮੇਵਾਰੀਆਂ ਦੇ ਦਾਇਰਿਆਂ ਦੇ ਵਿੱਚ ਰਹਿ ਕੇ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਈ ਜਾਵੇ, ਤਾਂ ਜੋ ਕਿਸੇ ਵੀ ਕਿਸਮ ਦਾ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੁਕਸਾਨ ਜਿਹੜਾ ਉਹ ਨਾ ਲੱਗੇ। ਕਿਉਂਕਿ ਆਮ ਤੌਰ ਤੇ ਇਹ ਵੇਖਣ 'ਚ ਆ ਰਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਜੋ ਕਾਂਗਰਸ ਵਜ਼ਾਰਤ ਦੇ ਵਿੱਚ ਫੇਰਬਦਲ ਨੂੰ ਲੈ ਕੇ ਕਾਫੀ ਗੰਭੀਰ ਜਿਹੜੇ ਉਹ ਚੱਲ ਰਹੇ ਨੇ, ਉਹ ਬਕਾਇਦਾ ਤੌਰ ਤੇ ਇੱਕ ਲਿਸਟ ਜਿਹੜੀ ਆ ਉਹਨਾਂ ਵੱਲੋਂ ਬਣਾਈ ਗਈ ਆ, ਔਰ ਉਸ ਲਿਸਟ ਨੂੰ ਲੈ ਕੇ ਉਹ ਮੈਡਮ ਸੋਨੀਆ ਗਾਂਧੀ ਦੇ ਦਰਬਾਰ 'ਚ ਪਹੁੰਚੇ ਨੇ। ਪਰ ਉਸੇ ਦਿਨ ਹੀ 5 ਜਿਹੜੇ ਵਿਧਾਇਕ 5 ਮੰਤਰੀ ਸਨ, ਉਹਨਾਂ ਵੱਲੋਂ ਵੀ ਇੱਕ ਬਕਾਇਦਾ ਚਿੱਠੀ ਲਿਖ ਕੇ ਕਾਂਗਰਸ ਸੁਪਰੀਮੋ ਮੈਡਮ ਸੋਨੀਆ ਗਾਂਧੀ ਕੋਲ ਮਿਲਣ ਦਾ ਸਮਾਂ ਜਿਹੜਾ ਮੰਗਿਆ ਗਿਆ ਹੈ। ਤਾਂ ਇਹ ਜਿਹੜਾ ਸਮਾਂ ਮੰਗਣਾ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਵਜ਼ਾਰਤ ਵਿੱਚ ਫੇਰ ਬਦਲ ਵਾਸਤੇ ਮੈਡਮ ਸੋਨੀਆ ਗਾਂਧੀ ਦੀ ਦਸਤਖਤ ਲੈਣੇ ਜਾਂ ਸਹੀ ਪਾਉਣੀ ਉਸ ਲਿਸਟ ਦੇ ਉੱਤੇ, ਉਹ ਸਾਰੇ ਨੂੰ ਖਤਮ ਕਰਨ ਵਾਸਤੇ ਇਹ ਜੋ ਕੀਤਾ ਜਾ ਰਿਹਾ, ਇਹ ਇਸੇ ਕਰਕੇ ਕਿ ਧੜੇਬਾਜ਼ੀ ਜਿਹੜੀ ਆ ਕਾਂਗਰਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਆ ਉਹ ਨਜ਼ਰ ਨਾ ਆਵੇ। ਇਸ ਸੰਦਰਭ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਉਹਨਾਂ ਨੂੰ ਨਵਜੋਤ ਸਿੱਧੂ ਨੂੰ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦੋਵਾਂ ਧਿਰਾਂ ਨੂੰ ਪੂਰਨ ਤੌਰ ਤੇ ਸਮਝਾ ਦਿੱਤਾ ਗਿਆ ਕਿ ਕਿਸੇ ਹਰ ਹਾਲਤ ਵਿੱਚ ਪਾਰਟੀ ਦੀ ਜਿਹੜੀ ਆਪਸੀ ਆਪਾਂ ਕਹਿ ਸਕਦੇ ਕਿ ਧੜੇਬੰਦੀ ਆ ਉਸ ਨੂੰ ਖਤਮ ਕੀਤਾ ਜਾਵੇ, ਔਰ ਬਕਾਇਦਾ ਤੌਰ ਤੇ 2022 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੜਨ ਵਾਸਤੇ ਇੱਕ ਮੁੱਠ ਹੋ ਕੇ ਉਹਦੀ ਜਿਹੜੀ ਤਿਆਰੀ ਕੀਤੀ ਜਾਵੇ, ਔਰ ਵਿਰੋਧੀ ਪਾਰਟੀਆਂ ਨੂੰ ਕਿਸੇ ਵੀ ਸੂਰਤ ਵਿੱਚ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਕਾਂਗਰਸ ਪਾਰਟੀ ਵਿਚਕਾਰ ਜਿਹੜੀ ਫੁੱਟ ਆ ਉਹ ਜਿਹੜੀ ਚੱਲਦੀ ਪਈ ਆ। ਜੀ ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਇਸ ਤੋਂ ਬਾਅਦ ਜਿਹੜਾ ਥੋੜਾ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਹਾਈ ਕਮਾਨ ਹਰੀਸ਼ ਰਾਵਤ ਨੂੰ ਥੋੜੇ ਦਿਨਾਂ ਤੱਕ ਜਿਹੜਾ ਇੱਥੇ ਭੇਜਿਆ ਜਾ ਰਿਹਾ,
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਕਿ ਇਕੱਠਿਆਂ ਤੋਰਨ ਦੇ ਲਈ ਜਿਹੜਾ ਹਰੀਸ਼ ਰਾਵਤ ਜਿਹੜੇ ਆ ਸੁਨੇਹਾ ਲੈ ਕੇ ਆਉਣਗੇ ਤੇ ਨਾਲ ਹੀ ਨਾਲ ਕੋਸ਼ਿਸ਼ ਵੀ ਕਰਨਗੇ ਇਕੱਠਿਆਂ ਤੋਰਨ ਨੂੰ। ਜਿਵੇਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ, ਹਾਈ ਕਮਾਂਡ ਦੀਆਂ ਕੋਸ਼ਿਸ਼ਾਂ ਵੀ ਰਹੀਆਂ ਨੇ, ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਵੀ ਰਹੀਆਂ ਨੇ ਕਿ ਜਿਹੜਾ ਆਪਸ ਦੇ ਵਿੱਚ ਇਹਨਾਂ ਨੂੰ ਇਕੱਠਿਆਂ ਨੂੰ ਤੋਰਿਆ ਜਾਵੇ। ਪਰ ਜੋ ਪ੍ਰਸਥਿਤੀਆਂ ਅੱਜ ਬਣ ਗਈਆਂ ਨੇ, ਜੋ ਡਿਫਰੈਂਸ ਅੱਜ ਦੋਵਾਂ ਦੇ ਵਿੱਚ ਬਣ ਗਏ ਨੇ, ਕੀ ਲੱਗਦਾ ਹੈ ਕਿ ਆਪਸ ਦੇ ਵਿੱਚ ਇਕੱਠੇ ਚੱਲਿਆ ਜਾ ਸਕਦਾ? ਸੁਖਵਿੰਦਰ ਜੀ, ਜੋ ਤੁਹਾਡਾ ਪ੍ਰਸ਼ਨ ਤੁਸੀਂ ਕੀਤਾ ਉਹ ਇਸ ਪ੍ਰਸ਼ਨ ਦਾ ਸਾਫ਼ ਤੇ ਸਪਸ਼ਟ ਜਵਾਬ ਹੈ। ਅਗਰ ਦਵਾਂ ਤਾਂ ਸਪਸ਼ਟ ਜਵਾਬ ਇਹੋ ਹੀ ਆ ਕਿ ਕਿਸੇ ਵੀ ਸੂਰਤ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਔਰ ਨਵਜੋਤ ਸਿੰਘ ਸਿੱਧੂ ਹੋਣੀ ਭਵਿੱਖ ਵਿੱਚ ਕਿਤੇ ਵੀ ਇਕੱਠੇ ਮਿਲ ਕੇ ਚੱਲਦੇ ਹੋਏ ਨਜ਼ਰ ਜਿਹੜੇ ਆ ਉਹ ਨਹੀਂ ਆਉਂਦੇ। ਉਸ ਦਾ ਬੇਸਿਕਲੀ ਕਾਰਨ ਜਿਹੜਾ ਉਹ ਕਾਰਨ ਇਹ ਆ ਕਿਉਂਕਿ ਨਵਜੋਤ ਸਿੱਧੂ ਆਪਣੇ ਆਧਾਰ ਤੇ ਜਿਹੜੇ ਪੰਜਾਬ ਦੇ ਉਹਨਾਂ ਲੋਕ ਮੁੱਦਿਆਂ ਦੀ ਗੱਲ ਕਰਦੇ ਪਏ ਨੇ ਜਿਨ੍ਹਾਂ ਲੋਕ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ 2017 ਦੇ ਵਿੱਚ ਚੋਣ ਲੜੀ ਔਰ ਬਕਾਇਦਾ ਤੌਰ ਤੇ ਕਈ ਕੁਝ ਕੀਤਾ ਔਰ ਜਿੱਤ ਜਿਹੜੀ ਪ੍ਰਾਪਤ ਕੀਤੀ। ਪਰ 4.5 ਸਾਲ ਬੀਤ ਜਾਣ ਦੇ ਬਾਅਦ ਜਦੋਂ ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਆ ਜ਼ਮੀਨੀ ਪੱਧਰ ਤੇ ਪਤਲੀ ਪੈਂਦੀ ਜਾ ਰਹੀ ਆ ਤਾਂ ਨਵਜੋਤ ਸਿੱਧੂ ਨੇ ਬਕਾਇਦਾ ਤੌਰ ਤੇ ਇੱਕ ਝੰਡਾ ਚੁੱਕਿਆ ਔਰ ਉਸ ਝੰਡਾ ਚੁੱਕਣ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਪੂਰਨ ਤੌਰ ਤੇ ਆਪਣਾ ਯੋਗਦਾਨ ਜਿਹੜਾ ਉਹ ਪਾਇਆ। ਪਰ ਹੁਣ ਯੋਗਦਾਨ ਪਾਉਣ ਬਾਅਦ ਜਿਹੜੀ ਸਥਿਤੀ ਜਿਹੜੀ ਬਣੀ ਆ ਕਿ ਕੈਪਟਨ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਜਿਹਨਾਂ ਕੋਲ ਐਡਮਿਨਿਸਟ੍ਰੇਟਿਵ ਪਾਵਰ ਜਿਹੜੀ ਆ ਉਸ ਪਾਵਰ ਦਾ ਇਸਤੇਮਾਲ ਕਰਦੇ ਹੋਏ ਉਹ ਬੇਸ਼ੱਕ ਥੋੜੀ ਜਿਹੀ ਗਤੀ ਫੜਦੇ ਆ ਪਰ ਫਿਰ ਉਸੇ ਤਰੀਕੇ ਨਾਲ ਉਹ ਵਾਪਸ ਆ ਜਾਂਦੇ ਆ। ਸੋ ਇਹ ਜਿਹੜੀਆਂ ਸਥਿਤੀਆਂ ਨੇ ਔਰ ਬਕਾਇਦਾ ਤੌਰ ਤੇ ਜਦੋਂ ਵਾਪਸ ਆ ਜਾਂਦੇ ਨੇ ਅਜੇ ਤੱਕ ਜਿਹੜੇ 18 ਮੁੱਦੇ ਨੇ ਜਿਹੜੇ ਕਾਂਗਰਸ ਹਾਈ ਕਮਾਂਡ ਨੇ ਦਿੱਤੇ ਸੀ ਔਰ 5 ਮੁੱਦੇ ਦੀ ਜਿਹੜੀ ਲਿਸਟ ਆ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਤੌਰ ਤੇ ਲਿਖ ਕੇ ਸੀਐਮ ਆਫਿਸ ਦਿੱਤੀ ਜਾਂ ਸੀਐਮ ਸਾਹਿਬ ਨੂੰ ਨਿੱਜੀ ਤੌਰ ਤੇ ਦਿੱਤੀ ਪਰ ਅਜੇ ਤੱਕ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਸਿਵਾਏ ਜਵਾਬੀ ਅਸੀਂ ਕਹਿ ਸਕਦੇ ਹਾਂ ਕਿ ਫਰਜ਼ੀ ਬਿਆਨਾਂ ਦੇ ਆਧਾਰ ਤੇ। ਤਾਂ ਫਿਰ ਉਹ ਜਿਹੀ ਸੂਰਤ ਦੇ ਵਿੱਚ ਇਹ ਲੱਗਦਾ ਨਹੀਂ ਹੈ ਕਿ ਦੋਵੇਂ ਧਿਰਾਂ ਆਪਸ ਦੇ ਵਿੱਚ ਮਿਲ ਕੇ ਚੱਲਣਗੀਆਂ ਕਿਉਂਕਿ ਨਵਜੋਤ ਸਿੱਧੂ ਇਹ ਕਹਿ ਰਿਹਾ ਕਿ ਜਿਹੜੇ ਅਮਲਾਂ ਦੇ ਆਧਾਰ ਤੇ ਨਿਬੇੜੇ ਜਿਹੜੇ ਹੋਣੇ ਚਾਹੀਦੇ ਆ ਔਰ ਜਿਹੜੇ ਅਮਲਾਂ ਦੇ ਆਧਾਰ ਤੇ ਨਿਬੇੜੇ ਤਾਂ ਹੀ ਹੋਣਗੇ ਜੇਕਰ ਤੁਹਾਡੇ ਮਨ ਵਿੱਚ ਕੰਮ ਕਰਨ ਦੀ ਇੱਛਾ ਤੇ ਨੀਅਤ ਜਿਹੜੀ ਉਹ ਸਾਫ਼ ਹੋਏਗੀ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਤਾਂ ਉਦੋਂ ਸਥਿਤੀ ਇਹ ਸਾਹਮਣੇ ਆਉਂਦੀ ਆ ਕਿ ਉਹ ਕੇਵਲ ਬਿਆਨਾਂ ਦੇ ਆਧਾਰ ਤੇ ਹੀ ਇਹ ਆਪਣੀ ਸਥਿਤੀ ਨੂੰ ਸਾਫ਼ ਕਰਨ ਦੇ ਵਿੱਚ ਮਸਰੂਫ ਨੇ। ਜਿਸ ਤਰੀਕੇ ਨਾਲ ਉਹ ਕਹਿ ਰਹੇ ਜੀ ਹਾਂਜੀ ਕੰਮ ਹੋ ਰਹੇ ਆ, ਇਸ ਤਰ੍ਹਾਂ ਹੋ ਰਿਹਾ ਔਰ ਜਿਸ ਤਰੀਕੇ ਨਾਲ ਤੁਸੀਂ ਹਰੀਸ਼ ਰਾਵਤ ਦੀ ਗੱਲ ਕੀਤੀ, ਹਰੀਸ਼ ਰਾਵਤ ਨੇ ਵੀ बीते दिन एक प्रेस बयान जारी करते हैं यह गल की कि जो 18 अनुपाती प्रोग्राम दिया था उस पर काम हो रहा है, अच्छा हो रहा है, ये हो रहा है। पर देखो गल बयाना के आधार पर नहीं, पंजाब की जनता उन्होंने मुद्दों को हल होया वेंदी है जिहड़े 18 लोक मुद्दे जिहड़े ही कांग्रेस हाई कमान ने दिते और बकायदा तौर पर नवजोत सिंह सिद्धू नूं कैप्टन अमरिंदर सिंह नूं 5 अनुपाती प्रोग्राम च दित्ती। हुण तुसीं मैनूं दस दो कि की अजे तक जिस तरीके नाल अज तो 4 दिन पहला या 10 दिन पहला आपां प्रोग्राम कीता कि पीपीए दे उत्ते कार्रवाई कैप्टन अमरिंदर सिंह होना ने कर दी, फलान हो गया, ये हो गया, पर अज की तरीक च वो सारा मसला फिर ठंडे बस्ते च है। फिर दूसरे पासे जिस तरीके नाल परसों का जिहड़ा एक ट्वीट सी नशा के संदर्भ में जिस विच विक्रम मजीठिया नूं टारगेट किया गया और कैप्टन अमरिंदर सिंह नूं कहा गया कि एसटीएफ की रिपोर्ट जिहड़ी आ वो बाहर कराई जाए, उहदे उत्ते कैप्टन अमरिंदर सिंह का कोई बयान, कोई स्टेटमेंट जिहड़ी नहीं है। इसे तरह बेअदबी के मुद्दे बहबल कलां कोटकपुरा गोलीकांड सी उहदे संदर्भ विच बिल्कुल वो चुप ने। तां कहण दा अर्थ है कि किहड़ा वो मुद्दा जिहड़ा कांग्रेस हाई कमान ने कैप्टन अमरिंदर सिंह होना दिता तो कैप्टन अमरिंदर सिंह होना ने उन्होंने हल कर दिता। सो ये स्थितियां दो तरीके दी ने कि अजे तक कुछ भी स्थिति ज्यों दी त्यों बनी हुई है। जो तुसीं पुछ रहे जे जेकर स्थितियां ये ज्यों दी त्यों ही बनिया रहिंदियां तां फिर नेड़ले भविख दे विच भाई हरीश रावत आ जे, भाई प्रियंका गांधी होना दी इन्वॉल्वमेंट होवे, चाहे राहुल गांधी होना दी इन्वॉल्वमेंट होवे, ये दोवें धिरां मिलके नहीं चल सकदियां क्योंकि इस वक्त जिहड़ी गल है एक पासे लोक मुद्दों की गल और दूजे पासे स्वै की जंग है। स्वै की जंग किते हाई कमान जिहड़ी है किते ना किते जिहड़ी हाई कमान ये भी जान गई होनी आ कि हुण ये इकट्ठे शायद ही चलन पे, फिर भी वो कोशिश करके देख रहे होण, पर जे इकट्ठे नहीं चलते तां की हाई कमान फैसला लै चुकी होवेगी क्योंकि जिस तरीके दे नाल वख-वख लीडरां ने उहदे जदों खड़ गए कमेटी नूं जाणू करवाया कि भाई जेकर कैप्टन अमरिंदर सिंह दे नाल मैदान च जाने आ तां पार्टी दी 2022 की हालात होणगे ते जे कैप्टन नवजोत सिद्धू नाल जाने आ तां की हालात होणगे। प्रशांत किशोर दे वल्लों भी जाणू करवा दित्ता गया होना तां फिर उस दे संबंधी मद्देनज़र जिहड़ा फैसला हाई कमान दे वल्लों लै ही लिया गया होना भाई जे इकट्ठे नहीं चलदे तां किहदे नाल मैदान च उतरना। सुखविंदर जी असल च स्थिति ये है कि कांग्रेस हाई कमान इस वे मजबूरी बेशक जिद्दां दी मर्जी मजबूरी की अवस्था च होवे, जेकर असीं ये समझीए कि वो कैप्टन अमरिंदर सिंह होना नूं बाहर दा रस्ता दिखा देंगे
ਮੇਰੇ ਮੰਨਣ ਵਿੱਚ ਇਹ ਗੱਲ ਜਿਹੜੀ ਨਹੀਂ ਹੁੰਦੀ, ਜਾਂ ਮੇਰੀ ਸਮਝ ਦੇ ਵਿੱਚ ਇਹ ਗੱਲ ਨਹੀਂ ਹੁੰਦੀ, ਕਿਉਂਕਿ ਹੁਣ ਕੇਵਲ ਔਰ ਕੇਵਲ ਚੋਣਾਂ ਨੂੰ ਹੋਣ ਵਿੱਚ ਕੇਵਲ 4 ਜਾਂ 5 ਮਹੀਨੇ ਰਹਿ ਗਏ ਆ। ਜੇ 4-5 ਮਹੀਨੇ ਰਹਿ ਗਏ ਤੇ ਜੇਕਰ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਦੀ ਆ, ਤਾਂ ਫਿਰ ਇਹ ਪੰਜਾਬ ਦੇ ਵਿੱਚ ਇਸ ਦਾ ਇੱਕ ਚੰਗਾ ਪ੍ਰਭਾਵ ਜਿਹੜਾ ਉਹ ਨਹੀਂ ਜਾਏਗਾ, ਤਾਂ ਪੰਜਾਬ ਦੇ ਵਿੱਚ ਜਿਹੜੀ 1997 ਵਾਲੀ ਸਿਚੁਏਸ਼ਨ ਆ, ਸਥਿਤੀ ਆ, ਉਹ ਫਿਰ ਦੁਹਰਾਈ ਜਾ ਸਕਦੀ ਆ। ਤਾਂ ਕਾਂਗਰਸ ਹਾਈ ਕਮਾਂਡ ਫੂਕ ਫੂਕ ਕੇ ਜਿਹੜਾ ਕਦਮ ਰੱਖੇਗੀ, ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਇਸ ਵੇਲੇ ਨਵਜੋਤ ਸਿੱਧੂ ਇੱਕ ਬੜੀ ਤਗੜੀ ਸ਼ਖਸੀਅਤ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰਦਾ ਪਿਆ, ਔਰ ਉਹਦੇ ਨਾਲ 62 ਵਿਧਾਇਕ ਜਿਹੜੇ ਨਾਲ ਤੁਰੇ ਨੇ। ਪਰ ਸੁਖਵਿੰਦਰ ਜੀ, ਇਹਦੇ ਨਾਲ ਪ੍ਰਸ਼ਨ ਜਿਹੜਾ ਦੂਜੇ ਪਾਸੇ ਇਹ ਪੈਦਾ ਹੁੰਦਾ ਕਿ ਜੇਕਰ ਹਾਈ ਕਮਾਂਡ ਇਸ ਚੀਜ਼ ਨੂੰ ਦਰਕਨਾਰ ਕਰਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਾਈਡਲਾਈਨ ਕਰਦੀ ਹੈ ਕਿ ਨਵਜੋਤ ਸਿੱਧੂ ਸਾਡੇ ਕੋਲ ਹੈਗਾ, ਪਰ ਇਹਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਇੱਕ ਮਜ਼ਬੂਤ ਧਿਰ ਵਜੋਂ ਪੰਜਾਬ ਦੇ ਅੰਦਰ ਮੌਜੂਦ ਨੇ। ਅਜੇ ਵੀ ਉਹਨਾਂ ਦਾ ਧੜਾ ਹੈਗਾ, ਅਜੇ ਵੀ ਉਹਨਾਂ ਨਾਲ ਚੰਦ ਮੰਤਰੀ ਜਾਂ ਚੰਦ ਵਿਧਾਇਕ ਹੈਗੇ ਨੇ ਜਿਹੜੇ ਜੇਕਰ ਇਸ ਤਰੀਕੇ ਨਾਲ ਕਾਂਗਰਸ ਹਾਈ ਕਮਾਂਡ ਕਰਦੀ ਹੈ ਤਾਂ ਕਾਂਗਰਸ ਦੀ ਸਥਿਤੀ ਵਾਸਤੇ ਇੱਕ ਮਾੜਾ ਸੰਕੇਤ ਹੋਵੇਗਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜਾ ਪੰਜਾਬੀ ਚ ਬੋਲੀ ਹੈਗੀ ਆ ਕਿ ਮਰਦੀ ਨੇ ਅੱਗ ਚੱਪਿਆ, ਮੈਂ ਹਾਰ ਕੇ ਛੜੇ ਨਾਲ ਲਾਈਆਂ, ਤਾਂ ਕਹਾਣੀ ਜਿਹੜੀ ਸਥਿਤੀ ਆ ਉਹ ਇਹੋ ਹੀ ਆ ਕਿ ਜਿਹੋ ਜਿਹੀਆਂ ਮਰਜ਼ੀ ਸਥਿਤੀਆਂ ਆ ਜਾਣ, ਜਿਹੜੀ ਕਾਂਗਰਸ ਹਾਈ ਕਮਾਂਡ ਹੈ ਕਿਸੇ ਵੀ ਸੂਰਤ ਵਿੱਚ 2022 ਦੀਆਂ ਚੋਣਾਂ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਮੇਰੀ ਚਾਚੇ ਮੁੱਖ ਮੰਤਰੀ ਦੇ ਅਹੁਦੇ ਤੋਂ ਸਾਈਡਲਾਈਨ ਉਹ ਨਹੀਂ ਕਰ ਸਕਦੀ, ਕਿਉਂਕਿ ਸਥਿਤੀ ਜਿਹੜੀ ਆ ਉਹ ਇਹੋ ਜਿਹੀ ਆ ਕਿ ਹੈ ਹੀ ਹੈ, ਉਹ ਤੇ ਹੈ ਹੀ ਆ, ਉਹ ਤਾਂ ਕਾਰਨ ਪੂਰੀ ਕਰਾਉਣਾ ਹੀ ਚਾਹਣਗੇ। ਇਹਦੀ ਮੈਂ 2022 ਦੀ ਗੱਲ ਕਰ ਰਿਹਾ ਜੀ 2022 ਦੀਆਂ ਚੋਣਾਂ 'ਚ ਤਾਂ ਬਿਲਕੁਲ ਜਿਹੜੀ ਤਸਵੀਰ ਆ ਕਾਂਗਰਸ ਦੀ ਬਿਲਕੁਲ ਬਦਲੀ ਹੋਈ। ਗੱਲ ਕਰ ਰਿਹਾ ਜੇਕਰ ਇਕੱਠੇ ਨਹੀਂ ਚੱਲਦੇ ਫਿਰ 2022 ਚ ਕਿਹਦੇ ਨਾਲ ਮੈਦਾਨ ਦਿੱਤਾ ਜਾਊਗਾ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ 2022 ਦੇ ਮੱਦੇਨਜ਼ਰ ਰਿਪੋਰਟ ਦਿੱਤੀ ਹੈ ਤੇ ਖੜਗੇ ਕਮੇਟੀ ਨੂੰ ਜਿਹੜੇ ਵੱਖ-ਵੱਖ ਲੀਡਰਾਂ ਨੇ ਗੱਲਬਾਤ ਕੀਤੀ ਹੈ ਉਹ ਵੀ 2022 ਦੇ ਮੱਦੇਨਜ਼ਰ ਕੀਤੀ ਗਈ ਹੈ। ਇਹਦਾ ਆਪਾਂ ਨੂੰ ਪਤਾ ਹੀ ਹੈ ਇਹਦਾ ਕਿ ਕਾਰਨ ਪੂਰੀ ਕਰਾਉਣਾ ਚਾਹੁੰਦੇ ਨੇ ਮੁੱਖ ਮੰਤਰੀ ਤੋਂ ਵਾਅਦੇ ਵੀ ਇਹਨਾਂ ਤੋਂ ਪੂਰੇ ਕਰਾਉਣਾ ਤੇ ਗਾਜ ਵੀ ਮੁੱਖ ਮੰਤਰੀ ਤੇ ਹੀ ਨਿਕਲੀ, ਇਸ ਕਰਕੇ ਇਹ ਤਾਂ ਹੈ ਨਹੀਂ ਕਿ ਲਾਸਟ ਸਮੇਂ ਦੇ ਵਿੱਚ ਕਿਸੇ ਨੂੰ ਮੁੱਖ ਮੰਤਰੀ ਬਣਾ ਕੇ ਤੇ ਗਾਜ ਉੱਤੇ ਸੁੱਟ ਦਿੱਤੀ ਜਾਵੇ। ਜੀ ਨਹੀਂ, ਜੇ ਤੱਕ ਤੁਸੀਂ 2022 ਦੀਆਂ ਚੋਣਾਂ ਦੇ ਸੰਦਰਭ 'ਚ ਮੈਨੂੰ ਪ੍ਰਸ਼ਨ ਕਰ ਰਹੇ ਜੇ, ਮੈਂ ਸ਼ਾਇਦ ਪ੍ਰਸ਼ਨ ਤੁਹਾਡਾ ਠੀਕ ਤਰੀਕੇ ਨਾਲ ਸਮਝ ਨਹੀਂ ਸਕਿਆ, ਤਾਂ ਉਸ ਸੰਦਰਭ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜੇਕਰ ਸਥਿਤੀ 2022 ਦੀਆਂ ਚੋਣਾਂ ਦੀ ਤੁਸੀਂ ਕਰ ਰਹੇ ਜੇ ਤਾਂ 2022 ਦੀਆਂ ਚੋਣਾਂ 'ਚ ਤੁਸੀਂ ਵੇਖਿਓ ਕਿ ਬੜੇ ਨਵੇਂ ਜਿਹੜੀ ਤਸਵੀਰਾਂ ਜਿਹੜੀਆਂ ਮੰਚ ਦੇ ਸਾਹਮਣੇ ਆਉਣਗੀਆਂ, ਜਿਨ੍ਹਾਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਪਤਲੀ ਪੈਂਦੀ ਜਾ ਰਹੀ ਆ, ਔਰ ਲੋਕ ਉਹਨਾਂ ਉੱਤੇ ਵਿਸ਼ਵਾਸ ਜਿਹੜਾ ਉਹ ਨਹੀਂ ਕਰ ਰਹੇ, ਔਰ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਇੱਕ ਉਹ ਚਿਹਰੇ ਨੂੰ ਲੈ ਕੇ ਸਾਹਮਣੇ ਆਵੇਗੀ ਜਿਹੜਾ ਚਿਹਰਾ ਪੂਰਨ ਤੌਰ ਤੇ ਲੋਕਾਂ ਦੇ ਵਿੱਚ ਮਕਬੂਲ ਹੋਏਗਾ, ਲੋਕਾਂ ਦਾ ਸਤਿਕਾਰਤ ਚਿਹਰਾ ਹੋਵੇਗਾ, ਸਭ ਪ੍ਰਵਾਨਿਤ ਚਿਹਰਾ ਹੋਵੇਗਾ। ਤਾਂ ਉਹ ਪ੍ਰਵਾਨਿਤ ਚਿਹਰਾ ਕੁਦਰਤੀ ਤੌਰ ਤੇ ਨਵਜੋਤ ਸਿੰਘ ਸਿੱਧੂ ਹੈ, ਜਿਹਦੇ ਨਾਲ ਅੱਜ ਦੀ ਤਰੀਕ ਵਿੱਚ 62 ਵਿਧਾਇਕ ਜਿਹੜੇ ਉਹ ਚੱਲਦੇ ਪਏ ਆ। ਤਾਂ ਕੁਦਰਤੀ ਤੌਰ ਤੇ 2022 ਦਾ ਤੁਸੀਂ 2022 ਦੀਆਂ ਚੋਣਾਂ ਦੀ ਗੱਲ ਆਪਾਂ ਕਾਹਨੂੰ ਕਰਦੇ ਹਾਂ, ਤੁਸੀਂ ਇਹ ਮਹਿਸੂਸ ਕਰੋ ਕਿ ਜਿਸ ਦਿਨ ਕੋਡ ਆਫ ਕੰਡਕਟ ਲਾਗੂ ਹੁੰਦਾ ਉਸ ਦਿਨ ਤੋਂ ਤੁਸੀਂ ਦੇਖੋ ਕਿ ਕਿਹੜਾ ਲੀਡਰ ਦੋਵੇਂ ਜਿਹੜੇ ਕਾਂਗਰਸ ਦੇ ਇੱਕ ਚੋਟੀ ਦੇ ਨੇਤਾ ਨੇ, ਖਾਸ ਸਿਆਸਤਦਾਨ ਨੇ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਣੀ ਨੇ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੁਣੀ ਆ। ਤਾਂ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਕਾਂਗਰਸ ਪਾਰਟੀ ਤੁਸੀਂ ਦੇਖਣਾ ਕਿ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਮਗਰ ਖਲੋਂਦੀ, ਕਾਂਗਰਸ ਹਾਈਕਮਾਨ ਖਲੋਂਦੀ, ਇਹ ਪੂਰਨ ਤੌਰ ਤੇ ਕੋਡ ਆਫ ਕੰਡਕਟ ਤੋਂ ਹੀ ਪਤਾ ਲੱਗ ਜਾਏਗਾ। ਔਰ 2022 ਦੀਆਂ ਚੋਣਾਂ ਦੇ ਵਿੱਚ ਪੱਕੇ ਤੌਰ ਤੇ ਜਿਹੜਾ ਚਿਹਰਾ ਹੈ, ਜਿਸ ਤਰੀਕੇ ਨਾਲ ਜਿਹੜੀਆਂ ਸਥਿਤੀਆਂ ਬਣਦੀਆਂ ਪਈਆਂ ਜਾਂ ਸਥਿਤੀਆਂ ਸਾਹਮਣੇ ਆ ਰਹੀਆਂ, ਜਾਂ ਹਾਈ ਕਮਾਂਡ ਦੀ ਜਿਹੜੀ ਭੂਮਿਕਾ ਆ ਉਹ ਸਾਹਮਣੇ ਆ ਰਹੀ ਆ, ਇਹ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ 2022 ਦੀਆਂ ਚੋਣਾਂ ਜਿਹੜੀਆਂ ਨੇ ਐਰਕਾਂ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਮੁੱਖ ਹੋ ਕੇ ਨਹੀਂ ਲੜੀਆਂ ਜਾਣਗੀਆਂ, ਬਲਕਿ ਨਵਜੋਤ ਸਿੱਧੂ ਦੇ ਚਿਹਰੇ ਨੂੰ ਆਧਾਰ ਬਣਾ ਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਚੋਣ ਮੈਦਾਨ ਵਿੱਚ ਉਤਰੇਗੀ, ਕਿਉਂਕਿ ਉਸ ਨੂੰ ਪਤਾ ਕਿ ਇਸ ਵਕਤ ਜਿਹੜਾ ਟਾਕਰਾ ਪੰਜਾਬ 'ਚ ਤਿੰਨ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਹੋਣਾ, ਤੇ ਤਿੰਨਾਂ ਵਿਰੋਧੀ ਪਾਰਟੀਆਂ ਦੇ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ, ਬਸਪਾ ਹੈ, ਆਮ ਆਦਮੀ ਪਾਰਟੀ ਹੈ, ਔਰ ਇਹ ਤਿੰਨੇ ਪਾਰਟੀਆਂ ਲੋਕ ਮੁੱਦਿਆਂ ਤੇ ਲੋਕਾਂ ਦੀਆਂ ਮੰਗਾਂ ਤੇ ਤੇਜ਼ੀ ਨਾਲ ਬੜੇ ਆਸਾਨੀ ਨਾਲ ਘੇਰ ਸਕਦੀਆਂ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਉਹਨਾਂ ਦਾ ਜਵਾਬ ਦੇਣ ਨੂੰ ਸ਼ਾਇਦ ਉਹ ਸਮਰੱਥਾ ਨਹੀਂ ਹੈ ਜਿਹੜੀ ਸਮਰੱਥਾ ਨਵਜੋਤ ਸਿੱਧੂ ਕੋਲ ਹੈਗੀ ਆ। ਸੋ 2022 ਦਾ ਜਿਹੜੀ ਰੰਗਮੰਚ ਦੀ ਜਿਹੜੀ ਸਟੇਜ ਹੋਵੇਗੀ, ਸਿਆਸਤ ਦੀ ਸਟੇਜ ਹੋਏਗੀ, ਉਹਦੇ ਉੱਤੇ ਜਿਹੜਾ ਕਲਾਕਾਰ ਆਏਗਾ ਉਹ ਕਲਾਕਾਰ ਨਵਜੋਤ ਸਿੱਧੂ ਹੋਣ ਦੀ ਨਵੀਂ ਪੂਰੀ ਤੌਰ ਤੇ ਸੰਭਾਵਨਾ ਹੈ। ਬਿਲਕੁਲ। ਇੱਕ ਆਖਰੀ ਖਬਰ ਦੀ ਜੇਕਰ ਗੱਲਬਾਤ ਕਰੀਏ ਤਾਂ ਕੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਆਪਣੇ ਨਾਲ ਚਾਰ ਸਲਾਹਕਾਰ ਜਿਹੜੇ ਨਿਯੁਕਤ ਕੀਤੇ ਗਏ ਨੇ, ਜਿਨ੍ਹਾਂ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ, ਡਾਕਟਰ ਪਿਆਰੇ ਲਾਲ ਗਰਗ ਨੇ, ਫਤਿਹਗੜ੍ਹ ਸਾਹਿਬ ਤੋਂ ਜਿਹੜੇ MP ਨੇ ਕਾਂਗਰਸ ਦੇ ਅਮਰ ਸਿੰਘ ਗੋਪਾਰਾਏ ਉਹ ਨੇ, ਤੇ ਨਾਲ ਉਹਨਾਂ ਨੇ ਆਪਣੇ ਨਾਲ ਜਿਹੜੇ ਲਾਏ ਆ ਰਜੀਆ ਸੁਲਤਾਨਾ ਦੇ ਹਸਬੈਂਡ ਦੇ ਐਕਸ DGP ਅਹੁਦੇ ਦੇ ਉੱਪਰ ਜਿਹੜੇ ਰਿਟਾਇਰ ਹੋਏ ਨੇ ਮੁਹੰਮਦ ਮੁਸਤਫਾ, ਉਹਨਾਂ ਨੂੰ ਵੀ ਲਗਾਇਆ ਗਿਆ ਸੀ। ਪਰ ਮੁਹੰਮਦ ਮੁਸਤਫਾ ਦੇ ਵੱਲੋਂ ਜਿਹੜਾ ਅੱਜ ਨਾ ਕਰ ਦਿੱਤੀ ਗਈ ਹੈ, ਕਹਿੰਦੇ ਕਿ ਮੈਂ ਉਹਦਾ ਲੈ ਨਹੀਂ ਸਕਦਾ, ਕਹਿੰਦੇ ਠੀਕ ਹੈ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਹੈ, ਉਹਨਾਂ ਨੇ ਮੈਨੂੰ ਇਹ ਪੇਸ਼ਕਸ਼ ਦਿੱਤੀ ਹੈ, ਪਰ ਮੈਂ ਕਹਿੰਦੇ ਕਿਸੇ ਸਿਆਸੀ ਅਹੁਦੇ ਦੇ ਉੱਪਰ ਕੰਮ ਨਹੀਂ ਕਦੇ ਕਰ ਸਕਦਾ।
ਸੁਖਵਿੰਦਰ ਜੀ, ਚਲੋ ਬੜਾ ਵਧੀਆ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ। ਇਸ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਵੀ ਪਹਿਲਾਂ ਆਪਾਂ ਜਰਨਲ ਦੀ ਗੱਲ ਕਰਦੇ ਪਏ ਸਾਂ। ਮੈਂ ਵੈਸੇ ਤੁਹਾਨੂੰ ਇੱਕ ਪ੍ਰਸ਼ਨ ਮੇਰੇ ਮਨ ਚ ਆ ਗਿਆ, ਹਾਲਾਂਕਿ ਇਹ ਆਪਣੇ ਪ੍ਰੋਗਰਾਮ ਦੀ ਰਵਾਇਤ ਦੇ ਉਲਟ ਹੈਗਾ ਕਿ ਮੈਂ ਤੁਹਾਨੂੰ ਪ੍ਰਸ਼ਨ ਨਹੀਂ ਕਰ ਸਕਦਾ, ਪਰ ਜਰਨਲੀ ਮੈਨੂੰ ਪ੍ਰਸ਼ਨ ਦਿਮਾਗ ਚ ਆ ਗਿਆ, ਜਾਂ ਤੁਸੀਂ ਮੇਰੀ ਥੋੜਾ ਜਿਹਾ ਸੋਚ ਦੇ ਵਿੱਚ ਥੋੜਾ ਜਿਹਾ ਮੇਰੀ ਸਮਝ ਚ ਵਾਧਾ ਕਰੋ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਤੇ ਨਾਲ ਉਹਨਾਂ ਦੇ 4 ਕਾਰਜਕਾਰੀ ਜਿਹੜੇ ਪ੍ਰਧਾਨ ਹੋਰ ਲਾਏ ਗਏ, ਤਾਂ ਫਿਰ ਜੇ ਉਹ 4 ਕਾਰੀ ਲਾਏ ਹੀ ਤੇ ਫਿਰ ਆ 4 ਪ੍ਰਧਾਨ ਜਿਹੜੇ ਦੂਜੇ ਸਲਾਹਕਾਰ ਆ, ਇਹ ਲਾਉਣ ਦੀ ਕੀ ਜ਼ਰੂਰਤ ਸਮਝ ਨਹੀਂ ਆਈ ਕਿ ਉਹ ਜਿਹੜੇ ਬੰਦੇ ਨੇ ਉਹ ਸਲਾਹ ਨਹੀਂ ਦੇ ਸਕਣਗੇ ਕਿ ਸਲਾਹ ਦੇਣ ਵਾਲੇ ਦੂਜੇ ਹੋਣਗੇ। ਇਹ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਦਵਾਂਦਾ, ਇਹ ਸਮਝ ਨਹੀਂ ਆਇਆ ਕਿ ਜੇਕਰ ਉਹ 4 ਲਾਏ ਫਿਰ ਇਹ 4 ਲਾਉਣ ਦੀ ਕੀ ਜ਼ਰੂਰਤ ਆ। ਪਰ ਚਲੋ ਨਹੀਂ, ਇਹ ਆਪਣੇ ਲਈ ਉਹਨਾਂ ਨੇ ਲਾਏ ਆ, ਉਹ ਪਾਰਟੀ ਦੇ ਲਈ 4 ਕਾਰਜਕਾਰੀ ਪ੍ਰਧਾਨ ਹੈ। ਉਹ ਤੁਹਾਨੂੰ ਇਹ ਵੀ ਗੱਲ ਪਤਾ ਹੀ ਆ ਕਿ ਉਹ ਜਿਹੜੇ 4 ਕਾਰਜਕਾਰੀ ਪ੍ਰਧਾਨ ਨੇ ਉਹ ਕਿਸ ਤਰੀਕੇ ਦੇ ਨਾਲ ਲਾਏ ਨੇ। ਉਹਦੇ ਸਿਰਫ ਇੱਕ ਕੈਟਾਗਰੀਆਂ ਪੂਰੀਆਂ ਕਰਨ ਵਾਸਤੇ ਲਾਏ ਨੇ, ਕੋਈ ਦਲਿਤ ਤੋਂ ਲੈ ਰਿਹਾ, ਕੋਈ ਜਿਹੜਾ ਹੈਗਾ ਹਿੰਦੂਆਂ ਤੋਂ ਲੈ ਰਿਹਾ, ਇਸ ਤਰੀਕੇ ਨਾਲ ਉਹਦਾ ਪ੍ਰਧਾਨ ਲਗਾਏ ਗਏ ਨੇ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਫੈਸਲੇ ਕਰਨੇ ਆ ਤੇ ਨਵਜੋਤ ਸਿੰਘ ਸਿੱਧੂ ਨੂੰ ਵੱਲੋਂ ਜਿਹੜੇ ਆ ਇਹ 4 ਸਿਆਸੀ ਸਲਾਹਕਾਰ ਇਸ ਲਈ ਆਪਣੇ ਨਾਲ ਨਿਯੁਕਤ ਕੀਤੇ ਗਏ ਆ। ਠੀਕ ਹੈ ਸਿੱਧੂ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਬਹੁਤ ਮੇਰੇ ਸ਼ੰਕੇ ਨੂੰ ਵਿਅਕਤ ਕਰਨ ਦਾ ਧੰਨਵਾਦ ਤੁਹਾਡਾ। ਪਰ ਚਲੋ ਮੈਨੂੰ ਇਹੋ ਹੀ ਸਮਝ ਨਹੀਂ ਸੀ ਲੱਗ ਰਹੀ। ਬਾਕੀ ਚਲੋ ਇਹ 4 ਪ੍ਰਧਾਨ ਜਿਹੜੇ 4 ਸਲਾਹਕਾਰ ਲਾਏ ਨੇ, ਔਰ ਇਹਨਾਂ ਦੇ ਵਿੱਚ ਜੇ ਮੁਹੰਮਦ ਮੁਸਤਫਾ ਲਾਇਆ, ਅਮਰ ਸਿੰਘ ਲਾਏ ਨੇ, ਡਾਕਟਰ ਪਿਆਰੇ ਲਾਲ ਗਰਗ ਨੇ, ਔਰ ਮਾਲਵਿੰਦਰ ਸਿੰਘ ਮਾਲੀ ਨੇ। ਇਹ ਚਾਰੇ ਬੰਦੇ ਵੱਖਰੇ ਵੱਖਰੇ ਤਬਕੇ ਦੇ ਨਾਲ ਸੰਬੰਧਿਤ ਨੇ। ਡਾਕਟਰ ਅਮਰ ਸਿੰਘ ਜਿਹੜੇ ਨੇ ਉਹ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਸੀਐਮ ਹਾਊਸ 'ਚ ਕੰਮ ਕਰਦੇ ਰਹੇ। ਡਾਕਟਰ ਪਿਆਰੇ ਲਾਲ ਗਰਗ ਪ੍ਰਸਿੱਧ ਡਾਇਰੈਕਟਰ ਹੈਲਥ ਸਰਵਿਸਿਜ਼ ਨਾਲ ਸੰਬੰਧਿਤ ਰਹੇ ਨੇ। ਦੂਜੇ ਪਾਸੇ ਮਾਲਵਿੰਦਰ ਸਿੰਘ ਮਾਲੀ ਦਾ ਜੇਕਰ ਪਿਛੋਕੜ ਦੇਖਿਆ ਜਾਵੇ, ਗੁਰਚਰਨ ਸਿੰਘ ਟੌਹੜਾ, ਕੈਪਟਨ ਅਮਰਿੰਦਰ ਸਿੰਘ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਸੰਦਰਭ 'ਚ ਕਿਸ ਤਰੀਕੇ ਨਾਲ ਉਹਨਾਂ ਦੀ ਭੂਮਿਕਾ ਰਹੀ ਹੈ, ਸਾਰੇ ਲੋਕ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਅਟੈਚ ਰਹੇ ਆ, ਚਰਨ ਸਿੰਘ ਬੈਰੋਂ ਥਰੂ ਜੀ ਉਹਨਾਂ ਨਾਲ ਵੀ ਹੋ ਰਹੇ ਨੇ। ਔਰ ਦੂਜੇ ਪਾਸੇ ਮੁਹੰਮਦ ਮੁਸਤਫੇ ਦੀ ਗੱਲ ਕਰੀਏ ਤਾਂ ਮੁਹੰਮਦ ਮੁਸਤਫਾ ਇੱਕ IPS ਅਧਿਕਾਰੀ ਨੇ, ਔਰ ਬਕਾਇਦਾ ਤੌਰ ਤੇ ਜਿਹੜੇ ਐਕਸ DGP ਨੇ। ਤਾਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਪੂਰਨ ਤੌਰ ਤੇ ਹਰ ਵਿਭਾਗ ਦੇ ਵਿੱਚੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਐਕਸਪੀਰੀਅੰਸ ਅਨੁਭਵੀ ਵਿਅਕਤੀਆਂ ਨੂੰ ਲੈ ਕੇ ਆਪਣੇ ਸਲਾਹਕਾਰ ਦੇ ਰੂਪ ਦੇ ਵਿੱਚ ਲਿਆ, ਉਹਨਾਂ ਨੇ ਨਾਲ ਲਿਆ। ਠੀਕ ਹੈ, ਤਾਂ ਜੇਕਰ ਮੁਹੰਮਦ ਮੁਸਤਫਾ ਹੋਣਾ ਨੇ ਇਸ ਗੱਲ ਦਾ ਉਸ ਅਹੁਦੇ ਨੂੰ ਸਵੀਕਾਰ ਨਹੀਂ ਕੀਤਾ ਤਾਂ ਉਸ ਦਾ ਇੱਕ ਮਹੱਤਵਪੂਰਨ ਕਾਰਨ ਇਹੋ ਹੀ ਜੋ ਮੇਰੀ ਨਜ਼ਰੇ ਉਹ ਸਾਹਮਣੇ ਆਉਂਦਾ, ਮੇਰੀ ਜਾਚੇ ਸਾਹਮਣੇ ਆਉਂਦਾ, ਉਸ ਦਾ ਕਾਰਨ ਇਹੋ ਹੀ ਆ ਕਿਉਂਕਿ ਮੁਹੰਮਦ ਮੁਸਤਫਾ ਹੋਣੀ ਰਜ਼ੀਆ ਸੁਲਤਾਨਾ ਜਿਹੜੇ ਮਲੇਰਕੋਟਲੇ ਤੋਂ ਵਿਧਾਇਕ ਨੇ ਔਰ ਪੰਜਾਬ ਵਜ਼ਾਰਤ ਵਿੱਚ ਮੰਤਰੀ ਨੇ, ਉਹਨਾਂ ਦੇ ਪਤੀ ਨੇ। ਤਾਂ ਜੇਕਰ ਔਰ ਦੂਜੇ ਪਾਸੇ ਰਜ਼ੀਆ ਸੁਲਤਾਨਾ ਆਪਣੇ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਸੰਬੰਧਿਤ ਉਹ ਜਾਣੇ ਜਾਂਦੇ ਆ, ਤਾਂ ਕੁਦਰਤੀ ਤੌਰ ਤੇ ਜੇ ਮੁਹੰਮਦ ਮੁਸਤਫਾ ਹੋਣੀ ਇਸ ਅਹੁਦੇ ਨੂੰ ਸੰਭਾਲਦੇ ਜਾਂ ਇਸ ਅਹੁਦੇ ਨੂੰ ਜੁਆਇਨ ਕਰਦੇ ਆ ਤਾਂ ਇੱਕ ਪ੍ਰਭਾਵ ਇਹ ਜਾਏਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੁੱਧ ਇੱਕ ਜਿਹੜੀ ਸਾਫਾਬੰਦੀ ਜਾਂ ਇੱਕ ਕਿਲਾਬੰਦੀ ਜਿਹੜੀ ਆ ਉਹ ਨਵਜੋਤ ਸਿੰਘ ਵਿਰੁੱਧੋਂ ਕੀਤੀ ਜਾ ਰਹੀ ਆ, ਜਿਸ ਦਾ ਮੰਤਵ ਕੇਵਲ ਇਹੋ ਹੀ ਹੋ ਸਕਦਾ ਕਿ ਜਦੋਂ ਜਿਸ ਵਕਤ DGP ਮੁਹੰਮਦ ਮੁਸਤਫਾ ਨੇ ਆਪਣੀ ਨਿਯੁਕਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੈਟ ਦੇ ਵਿੱਚ ਘੇਰਿਆ ਜਾਂ ਹਾਈ ਕੋਰਟ 'ਚ ਵੀ ਚੁਣੌਤੀ ਦਿੱਤੀ, ਤਾਂ ਉਸ ਸੰਦਰਭ 'ਚ ਜਿਹੜੇ ਰਿਸ਼ਤੇ ਸਨ ਦੋਵਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਔਰ ਮੁਹੰਮਦ ਮੁਸਤਫਾ ਦੇ, ਉਹ ਕੋਈ ਇੰਨੇ ਵਧੀਆ ਨਹੀਂ ਸਨ। ਸ਼ਾਇਦ ਇਸ ਵਾਦ-ਵਿਵਾਦ ਤੋਂ ਹੀ ਉਹਨਾਂ ਨੇ ਬਚਣ ਕਰਕੇ ਇਸ ਤੋਂ ਕਿਨਾਰਾ ਕੀਤਾ, ਕਿਉਂਕਿ ਅਗਰ ਵੇਖਿਆ ਜਾਵੇ ਤਾਂ ਕੋਈ ਵੀ IPS ਅਧਿਕਾਰੀ ਜਿਸਨੇ ਇੱਕ ਲੰਬਾ ਸਮਾਂ ਅਸੀਂ ਕਹਿ ਸਕਦੇ ਹਾਂ ਹਕੂਮਤ ਕੀਤੀ ਹੋਵੇ, ਕਿਉਂਕਿ IAS ਜਾਂ IPS ਜਿਹੜੀ ਜੌਬ ਇੱਕ ਹਕੂਮਤ ਕਰਨ ਵਾਲੀ ਜੌਬ ਹੁੰਦੀ, ਅਸਲ ਪਾਵਰ ਇਹਨਾਂ ਕੋਲ ਹੁੰਦੀ ਹੈ। ਤਾਂ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪ ਨੂੰ ਜੇਕਰ ਹੁਣ ਨਵਜੋਤ ਸਿੱਧੂ ਦੇ ਨਾਲ ਲਾ ਕੇ ਜਾਂ ਅਧੀਨ ਲਾ ਕੇ ਕੰਮ ਕਰਦੇ, ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੇ ਸਵੈ ਨੂੰ ਜਿਹੜੀ ਉਹ ਸੱਟ ਲੱਗਦੀ ਹੋਵੇ ਕਿ ਠੀਕ ਤਰੀਕੇ ਨਾਲ ਮੈਂ ਆਪਣੀ ਭੂਮਿਕਾ ਜਿਹੜੀ ਆ ਉਹ ਨਹੀਂ ਨਿਭਾ ਸਕਦਾ। ਸ਼ਾਇਦ ਇਹੋ ਹੀ ਕਾਰਨ ਮੈਨੂੰ ਸਾਹਮਣੇ ਆਉਂਦਾ ਕਿ ਇੱਕ ਤਾਂ ਉਹ ਗੁੱਟਬੰਦੀ ਤੋਂ ਬਚਣਾ ਚਾਹੁੰਦੇ ਆ ਕਿ ਕੋਈ ਵੀ ਗੁੱਟਬੰਦੀ, ਕਿਉਂਕਿ ਬਕਾਇਦਾ ਤੌਰ ਤੇ ਅੱਧਾ ਰਜ਼ੀਆ ਸੁਲਤਾਨਾ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਧੜੇ ਦੇ ਨੇ, ਤੇ ਕਈ ਲੋਕੀ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਧੜੇ ਦੇ ਵਿੱਚ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਪਾਲ ਰਿਹਾ, ਜਿਸ ਤਰੀਕੇ ਦੇ ਉਹਦਾ ਉੱਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਹ ਹਰ ਬੰਦੇ ਨੂੰ ਨਾਲ ਲੈ ਕੇ ਜਿਨ੍ਹਾਂ ਉੱਤੇ ਕੁਝ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਵੀ ਉਹ ਨਾਲ ਲੈ ਰਹੇ ਨੇ। ਸ਼ਾਇਦ ਇਸ ਸਭ ਚੀਜ਼ ਤੋਂ ਬਚਣ ਕਰਕੇ ਮੁਹੰਮਦ ਮੁਸਤਫਾ ਨੇ ਇਸ ਅਹੁਦੇ ਨੂੰ ਉਹਨਾਂ ਨੇ ਨਕਾਰ ਦਿੱਤਾ, ਪਰ ਇਹਦੇ ਨਾਲ ਹੀ ਨਾਲ ਉਹਨਾਂ ਨੇ ਧੰਨਵਾਦ ਜਿਹੜਾ ਉਹ ਜ਼ਰੂਰ ਕੀਤਾ। ਮੈਨੂੰ ਜੋ ਸਾਫ਼ ਕਾਰਨ ਨਜ਼ਰ ਆਉਂਦਾ ਉਹ ਕੇਵਲ ਇਹੋ ਹੀ ਆ ਕਿ ਉਹ ਇਸ ਗੁੱਟਬੰਦੀ ਤੋਂ ਬਚਣ ਖਾਤਰ ਹੀ ਉਹਨਾਂ ਨੇ ਇਸ ਤੋਂ ਕਿਨਾਰਾਕਸ਼ੀ ਜਿਹੜੀ ਹੈ ਕੀਤੀ। ਇਹ ਸਭ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਸਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅੜਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਦਿਓ ਇਜਾਜ਼ਤ, ਧੰਨਵਾਦ।